ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਦਾ ਫੁਰਮਾਨ ਹੈ, ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਭਾਵ ਜਦੋਂ ਸਾਡਾ ਬੀਜਿਆ ਹੋਇਆ ਨਾਮ ਬਾਣੀ ਦਾ ਪੂਰਬਲਾ ਕਰਮ ਪ੍ਰਗਟ ਹੋ ਜਾਂਦਾ ਹੈ, ਉਹਦਾ ਅੰਕੁਰ ਫੁੱਟ ਪੈਂਦਾ ਹੈ, ਤਾਂ ਸਾਨੂੰ ਕਿਸੇ ਗੁਰਮੁਖ ਪਿਆਰੇ ਦੀ, ਸੰਤ ਮਹਾਂਪੁਰਸ਼ ਦੀ ਸੰਗਤ ਪ੍ਰਾਪਤ ਹੁੰਦੀ ਹੈ ਅਤੇ ਅਜਿਹੀ ਸੰਗਤ ਦੇ ਵਿੱਚੋਂ ਸਾਨੂੰ ਨਾਮ ਦਾ ਉਹ ਅਕਹਿ ਰਸ ਪ੍ਰਾਪਤ ਹੁੰਦਾ ਹੈ, ਜਿਸ ਦੇ ਵਿੱਚ ਜਗਿਆਸੂ ਅਤੇ ਪਰਮੇਸ਼ਰ ਇੱਕ ਰੂਪ ਹੋ ਜਾਂਦੇ ਹਨ। ਗੁਰਬਾਣੀ ਦਾ ਫੁਰਮਾਨ ਹੈ, ਬ੍ਰਹਮ ਹੈ ਜਨ, ਜਨਮ ਹੈ ਪਾਰ ਬ੍ਰਹਮ, ਇੱਕ ਹੈ ਆਪ ਨਹੀਂ ਕਛ ਭਰਮ। ਇੱਕੋ ਹੀ ਦੋਨਾਂ ਦੀ ਪ੍ਰਵਿਰਤੀ ਹੋ ਜਾਂਦੀ ਹੈ, ਕਿਉਂਕਿ ਸੁਰਤ ਦੇ ਵਿੱਚ ਖੁਦ ਵਾਹਿਗੁਰੂ ਜੀ ਆਪ ਵਿਰਾਜਮਾਨ ਹੁੰਦੇ ਹਨ। ਅੱਜ ਦੇ ਪ੍ਰਸੰਗ ਦੇ ਵਿੱਚ ਅਸੀਂ ਬਹੁਤ ਹੀ ਗੁਰਮੁਖ ਪਿਆਰੇ ਨਾਮ ਬਾਣੀ ਦੇ ਵਿੱਚ ਅਭੇਦ ਹੋਏ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਅਤੇ ਸੰਤ ਬਾਬਾ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਦਾ ਇੱਕ ਅਜਿਹਾ ਪ੍ਰਸੰਗ ਆਪ ਜੀ ਨੂੰ ਸਰਵਣ ਕਰਵਾਉਣ ਦਾ ਯਤਨ ਕਰਾਂਗੇ, ਜੋ ਕਿ ਇਹਨਾਂ ਦੋਹਾਂ ਮਹਾਂਪੁਰਖਾਂ ਦੇ ਪਹਿਲੇ ਮਿਲਾਪ ਦੀ ਇੱਕ ਖੂਬਸੂਰਤ ਝਾਕੀ ਹੈ। ਇਸ ਝਾਕੀ ਦੇ ਵਿੱਚ ਬਾਬਾ ਈਸ਼ਰ ਸਿੰਘ ਜੀ ਬਾਬਾ ਵਰਿਆਮ ਸਿੰਘ ਜੀ ਨੂੰ ਜੋ ਬਚਨ ਕਰਦੇ ਹਨ, ਉਹ ਬੜੇ ਧਿਆਨ ਦੇਣ ਵਾਲੇ ਹਨ ਕਿ ਸਾਨੂੰ ਵੀ ਉਹਨਾਂ ਬਚਨਾਂ ਦਾ ਭਾਵ ਸਮਝ ਲੱਗ ਸਕੇ, ਅਸੀਂ ਵੀ ਉਹਨਾਂ ਬਚਨਾਂ ਨੂੰ ਆਪਣੇ ਮਸਤਕ ਦਾ ਭਾਗ ਬਣਾ ਸਕੀਏ। ਕਿਉਂਕਿ ਬਹੁਤੀ ਵਾਰ ਤਾਂ ਸਾਨੂੰ ਇਸ ਗੱਲ ਦੀ ਹੀ ਸੋਝੀ ਨਹੀਂ ਹੁੰਦੀ ਕਿ ਸਾਡਾ ਦੁਨੀਆ 'ਤੇ ਆਉਣ ਦਾ ਪ੍ਰਯੋਜਨ ਕੀ ਹੈ। ਭਾਵੇਂ ਰਹਿਰਾ ਸਾਹਿਬ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਦਿਸ ਇਜ਼ ਦਾ ਓਨਲੀ ਟਰਮ ਯੂ ਹੈਵ ਟੂ ਮੀਟ ਦਾ ਲਾਰਡ। ਇਹ ਇੱਕ ਸਮਾਂ ਹੈ, ਚਾਂਸ ਹੈ, ਵਾਰੀ ਹੈ, ਹੀਰੇ ਜੈਸਾ ਜਨਮ ਹੈ, ਜਿਸ ਦੇ ਵਿੱਚ ਖੁਦ ਹੀਰਾ ਹੋਇਆ ਜਾ ਸਕਦਾ ਹੈ, ਖੁਦ ਪਰਮੇਸ਼ਰ ਹੋਇਆ ਜਾ ਸਕਦਾ ਹੈ, ਖੁਦ ਕਿਰਤ ਕਰਕੇ ਕੀਰਤੀ ਦਾ ਰੂਪ ਹੋਇਆ ਜਾ ਸਕਦਾ ਹੈ। ਇਸ ਪ੍ਰਸੰਗ ਨੂੰ ਪ੍ਰੋਫੈਸਰ ਗੁਰਦੇਵ ਸਿੰਘ ਜੀ ਨੇ ਲਿਖਿਆ ਹੈ, ਹਰੇਕ ਮਾਤਾ ਦੀ ਚਾਹਨਾ ਹੁੰਦੀ ਹੈ ਕਿ ਉਸ ਦਾ ਪੁੱਤਰ ਸੁਪੁੱਤਰ ਬਣ ਸਕੇ, ਯੋਗ ਬਣ ਸਕੇ। ਅਜਿਹੇ ਹੀ ਮਾਤਾ ਜੀ ਸਨ ਸੰਤ ਬਾਬਾ ਵਰਿਆਮ ਸਿੰਘ ਜੀ ਦੇ, ਜਿਨ੍ਹਾਂ ਨੇ ਕਿ ਉਹਨਾਂ ਨੂੰ ਸੰਤ ਈਸ਼ਰ ਸਿੰਘ ਜੀ ਦਾ ਮਿਲਾਪ ਕਰਵਾਇਆ। ਆਓ ਇਸ ਪ੍ਰਸੰਗ ਨੂੰ ਸਰਵਣ ਕਰਦੇ ਹਾਂ ਜੀ। ਅੱਜ ਉਹ ਸਮਾਂ ਬਣ ਆਇਆ ਜਦੋਂ ਪੂਰਨ ਰਸਿਕ ਵੈਰਾਗੀ ਮਹਾਂਪੁਰਸ਼ਾਂ ਦਾ ਮਿਲਾਪ ਹੋਣਾ ਸੀ। ਸੰਤ ਵਰਿਆਮ ਸਿੰਘ ਜੀ ਦੀ ਮਾਤਾ ਨੇ ਕਿਹਾ ਕਿ ਬੇਟਾ, ਤੂੰ ਚੰਗੇ ਚੰਗੇ ਸਾਧੂ ਸੰਤਾਂ ਦੇ ਡੇਰਿਆਂ 'ਤੇ ਗਿਆ ਹੈ, ਘੁੰਮਦਾ ਰਹਿੰਦਾ ਹੈ, ਅਤੇ ਮੈਨੂੰ ਲੱਗਦਾ ਹੈ ਕਿ ਕਿਸੇ ਸਾਧੂ ਨਾਲ ਵੀ ਤੇਰੇ ਦਿਲ ਦਾ ਸੌਦਾ ਨਹੀਂ ਹੋ ਸਕਿਆ। ਅੱਜ ਮੇਰੇ ਨਾਲ ਚੱਲ, ਮੈਂ ਤੈਨੂੰ ਇੱਕ ਪੂਰਨ ਮਹਾਂਪੁਰਸ਼ ਰਾਜ ਯੋਗੀ ਦੇ ਦਰਸ਼ਨ ਕਰਵਾਉਂਦੀ ਹਾਂ। ਬਾਬਾ ਵਰਿਆਮ ਸਿੰਘ ਜੀ ਨੇ ਕਿਹਾ ਕਿ ਬੇਬੇ ਜੀ, ਕਿੱਥੇ ਲੈ ਕੇ ਜਾਣਾ ਹੈ? ਮਾਤਾ ਜੀ ਨੇ ਕਿਹਾ, ਬੇਟਾ ਤੂੰ ਮੇਰੇ ਨਾਲ ਤਾਂ ਚੱਲ, ਮੇਰਾ ਦਿਲ ਕਹਿੰਦਾ ਹੈ ਕਿ ਉਹਨਾਂ ਨੂੰ ਮਿਲ ਕੇ ਤੇਰੀ ਤਲਾਸ਼ ਖਤਮ ਹੋ ਜਾਵੇਗੀ। ਬਾਬਾ ਵਰਿਆਮ ਸਿੰਘ ਜੀ ਕਹਿਣ ਲੱਗੇ, ਠੀਕ ਹੈ, ਚਲੋ ਚੱਲਦੇ ਹਾਂ। ਧਮੋਟ ਤੋਂ ਰਾੜਾ ਸਾਹਿਬ ਕੋਈ ਬਹੁਤੀ ਦੂਰ ਨਹੀਂ, ਨੱਕ ਦੀ ਸੇਧ 2 ਕਿਲੋਮੀਟਰ ਦਾ ਫਾਸਲਾ ਹੈ। ਮਾਤਾ ਜੀ ਨਾਲ ਗੱਲਬਾਤ ਕਰਦੇ ਆਪ ਰਾੜਾ ਸਾਹਿਬ ਪਹੁੰਚ ਗਏ। ਉਸ ਵੇਲੇ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ
ਕੁਰਸੀ ਉੱਤੇ ਸੁਸ਼ੋਭਿਤ ਸਨ। ਕਾਫੀ ਸੰਗਤ ਬੈਠੀ ਸੀ ਤੇ ਪ੍ਰੇਮੀ ਨਮਸਕਾਰ ਕਰਕੇ ਆਪਣੀ ਥਾਂ ਤੇ ਬੈਠੀ ਜਾ ਰਹੇ ਸਨ। ਨਾਲ ਦੀ ਨਾਲ ਸੰਤ ਮਹਾਰਾਜ ਸੰਗਤ ਨਾਲ ਬਚਨ ਵਿਲਾਸ ਵੀ ਕਰ ਰਹੇ ਸਨ। ਪਹਿਲਾਂ ਮਾਤਾ ਜੀ ਨੇ ਭੇਟਾ ਰੱਖ ਕੇ ਨਮਸਕਾਰ ਕੀਤੀ ਅਤੇ ਉਹਨਾਂ ਤੋਂ ਪਿੱਛੇ ਬਾਬਾ ਜੀ ਨੇ ਨਮਸਕਾਰ ਕੀਤੀ। ਇਸ ਵੇਲੇ ਬਾਬਾ ਵਰਿਆਮ ਸਿੰਘ ਜੀ ਦੇ ਸਰੀਰ ਦੀ ਆਯੂ ਤਕਰੀਬਨ 16.5 ਸਾਲ ਦੇ ਲਗਭਗ ਸੀ ਅਤੇ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਦੀ ਉਮਰ 30 ਕੁ ਸਾਲ ਦੀ ਸੀ। ਉਹਨਾਂ ਦਾ ਦਾੜਾ ਬਿਲਕੁਲ ਕਾਲਾ ਸੀ ਤੇ ਸਰੀਰ ਪਤਲਾ ਤੇ ਚਿੱਟੇ ਸੁੰਦਰ ਵਸਤਰ ਪਹਿਨੇ ਹੋਏ ਸਨ। ਚਿਹਰੇ ਦਾ ਜਲਾਲ ਇੰਨਾ ਸੀ ਕਿ ਚਿਹਰੇ ਵੱਲ ਵੇਖਣਾ ਵੀ ਮੁਸ਼ਕਲ ਹੁੰਦਾ ਸੀ ਤੇ ਨੇਤਰਾਂ ਵਿੱਚ ਨੇਤਰ ਪਾਉਣ ਦੀ ਤਾਂ ਕਿਸੇ ਦੀ ਜ਼ਰੂਰਤ ਨਹੀਂ ਸੀ ਪੈਂਦੀ। ਬਾਬਾ ਜੀ ਜਦੋਂ ਨਮਸਕਾਰ ਕਰਕੇ ਖੜੇ ਹੋਏ, ਨੇਤਰਾਂ ਦੇ ਨਾਲ ਨੇਤਰ ਮਿਲੇ। ਜਾਣੀ ਜਾਣ ਸੰਤ ਈਸ਼ਰ ਸਿੰਘ ਜੀ ਮਹਾਰਾਜ ਨੇ ਆਪਣੀ ਪਾਰਖੂ ਨਜ਼ਰ ਨਾਲ ਇਹਨਾਂ ਦੀ ਅੰਦਰਲੀ ਰੂਹ ਨੂੰ ਜਾਣ ਲਿਆ, ਜਿਵੇਂ ਜੌਹਰੀ ਕੀਮਤੀ ਹੀਰੇ ਦੀ ਪਰਖ ਕਰ ਲੈਂਦਾ ਹੈ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਇਹਨਾਂ ਤੇ ਇੱਕ ਸਵਾਲ ਕੀਤਾ ਕਿ ਭਾਈ ਤੂੰ ਕੌਣ ਹੈ? ਇਹ ਸਵਾਲ ਸੁਣ ਕੇ ਬਾਬਾ ਵਰਿਆਮ ਸਿੰਘ ਜੀ ਚੁੱਪ ਹੋ ਗਏ ਤੇ ਇਸ ਸਵਾਲ ਦੀ ਗਹਿਰਾਈ ਵਿੱਚ ਚਲੇ ਗਏ ਤੇ ਮਨ ਵਿੱਚ ਵਿਚਾਰ ਕੀਤੀ ਕਿ ਇੱਥੇ ਨਾ ਹੀ ਲਿੰਗ ਪੁਲਿੰਗ ਦਾ ਸਵਾਲ ਹੈ, ਕਿਉਂਕਿ ਮੈਨੂੰ ਵੇਖ ਕੇ ਜਾਣਦੇ ਹਨ ਕਿ ਮੈਂ ਲੜਕਾ ਹਾਂ। ਜਾਤ ਪਾਤ ਦਾ ਸਵਾਲ ਵੀ ਨਹੀਂ। ਆਮ ਤੌਰ 'ਤੇ ਤੂੰ ਕੌਣ ਹੈ ਦਾ ਜਵਾਬ ਆਪਣਾ ਨਾਮ ਦੱਸ ਕੇ ਦਿੱਤਾ ਜਾਂਦਾ ਹੈ। ਜੇ ਮੈਂ ਕਹਾਂ ਕਿ ਮੈਂ ਵਰਿਆਮ ਸਿੰਘ ਹਾਂ, ਪਰ ਇਹ ਨਾਮ ਤਾਂ ਮੇਰੇ ਸਰੀਰ ਦਾ ਹੈ। ਪਿਛਲੇ ਜਨਮ ਵਿੱਚ ਮੇਰੇ ਸਰੀਰ ਦਾ ਨਾਮ ਹਰਨਾਮ ਸਿੰਘ ਸੀ ਤੇ ਉਸ ਤੋਂ ਵੀ ਪਿਛਲੇ ਜਨਮ ਵਿੱਚ ਮੇਰੇ ਸਰੀਰ ਦਾ ਨਾਮ ਕੁਝ ਹੋਰ ਸੀ। ਇਸ ਤਰ੍ਹਾਂ ਕਰਦੇ ਕਰਦੇ ਆਪ ਨੇ ਪਿੱਛੇ ਨੂੰ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਕਿਸੇ ਫਿਲਮ ਦੀ ਪੁੱਠੀ ਰੀਲ ਚਲਾਉਣੀ ਸ਼ੁਰੂ ਕਰ ਦਈਏ ਤਾਂ ਆਖਰੀ ਸੀਨ ਦਾ ਪਤਾ ਲੱਗ ਜਾਂਦਾ ਹੈ। ਇਸ ਤਰ੍ਹਾਂ ਨਾਲ ਖੂਹ ਦੀ ਭੌਣੀ ਦੇ ਉੱਤੇ ਲੱਜ ਲਿਪਟੀ ਹੁੰਦੀ ਹੈ ਤੇ ਜਦੋਂ ਖੂਹ ਵਿੱਚ ਫਰਾਹੀ ਜਾਂਦੀ ਹੈ ਤਾਂ ਜਦੋਂ ਸਾਰੀ ਲੱਜ ਖਤਮ ਹੋ ਜਾਵੇ, ਸਿਰੇ ਉੱਤੇ ਆਖਰੀ ਗੰਢ ਆ ਜਾਂਦੀ ਹੈ। ਇਸ ਤਰ੍ਹਾਂ ਸੋਚਦੇ ਸੋਚਦੇ ਆਪ ਨੂੰ 5 ਮਿੰਟ ਲੱਗ ਗਏ ਤੇ ਸਾਰੇ ਸ਼ਾਂਤ ਹੋਏ ਬੈਠੇ ਸਨ ਤੇ ਸਭ ਦੀ ਨਿਗਾਹ ਆਪ 'ਤੇ ਲੱਗੀ ਹੋਈ ਹੈ ਕਿ ਆਪ ਕੀ ਜਵਾਬ ਦਿੰਦੇ ਹਨ। ਸੰਤ ਮਹਾਰਾਜ ਜੀ ਨੇ ਉਹੀ ਸਵਾਲ ਦੁਹਰਾਇਆ ਤੇ ਕਿਹਾ, ਕਾਕਾ ਤੂੰ ਦੱਸਿਆ ਨਹੀਂ ਕਿ ਤੂੰ ਕੌਣ ਹੈ? ਆਪ ਜੀ ਨੇ ਜਵਾਬ ਦਿੱਤਾ ਕਿ ਮਹਾਰਾਜ ਮੈਨੂੰ ਦੱਸਣਾ ਨਹੀਂ ਆਉਂਦਾ। ਇਤਨਾ ਕਹਿਣ ਦੀ ਦੇਰ ਸੀ ਕਿ ਆਲੇ ਦੁਆਲੇ ਜਿੰਨੀ ਵੀ ਸੰਗਤ ਬੈਠੀ ਸੀ ਖਿੜਖਿੜਾ ਕੇ ਹੱਸ ਪਈ ਤੇ ਉਹ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਦੇਖੋ, ਇਸ ਨੂੰ ਇੰਨੀ ਗੱਲ ਵੀ ਦੱਸਣੀ ਨਹੀਂ ਆਉਂਦੀ ਕਿ ਇਸ ਦਾ ਨਾਮ ਕੀ ਹੈ। ਸੰਤ ਈਸ਼ਰ ਸਿੰਘ ਜੀ ਮਹਾਰਾਜ ਨੇ ਉੱਚੀ ਸੁਰ ਵਿੱਚ ਖਾਮੋਸ਼ ਕਹਿ ਕੇ ਸਭ ਨੂੰ ਸ਼ਾਂਤ ਕਰ ਦਿੱਤਾ ਤੇ ਕਿਹਾ, ਇਹ ਹਾਸੇ ਵਾਲੀ ਗੱਲ ਨਹੀਂ, ਤੁਹਾਨੂੰ ਕਿਸੇ ਨੂੰ ਇਸ ਦਾ ਪਤਾ ਹੀ ਨਹੀਂ ਹੈ। ਬਾਬਾ ਵਰਿਆਮ ਸਿੰਘ ਜੀ ਫੇਰ ਚੁੱਪ ਹੋ ਗਏ। ਸੰਤ ਈਸ਼ਰ ਸਿੰਘ ਜੀ ਮਹਾਰਾਜ ਨੇ ਤੀਜੀ ਵਾਰ ਫੇਰ ਇਹ ਪ੍ਰਸ਼ਨ ਉਹਨਾਂ ਨੂੰ ਕੀਤਾ ਤੇ ਕਿਹਾ ਕਿ ਜਿਵੇਂ ਦੱਸ ਸਕਦੇ ਹੋ ਉਸੇ ਤਰ੍ਹਾਂ ਦੱਸੋ। ਬਾਬਾ ਵਰਿਆਮ ਸਿੰਘ ਜੀ ਨੇ ਆਪਣੀ ਬੋਲੀ ਵਿੱਚ ਉਪਰੋਕਤ ਭਾਵ ਜਿਨ੍ਹਾਂ ਵਿੱਚ ਉਹ ਲੀਨ ਸਨ ਦੱਸਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਮੈਂ ਵਾਹਿਗੁਰੂ ਪਰਮ ਜੋਤ ਦੀ ਇੱਕ ਨਿੱਕੀ ਜਿਹੀ ਕਿਰਨ ਹਾਂ। ਜਿਸ ਵੇਲੇ ਸੰਸਾਰ ਦੀ ਰਚਨਾ ਹੋਈ, ਮੈਂ ਵੀ ਉਸ ਦਿਨ ਦਾ ਚੱਲ ਰਿਹਾ ਹਾਂ। ਸੰਤ ਈਸ਼ਰ ਸਿੰਘ ਜੀ ਮਹਾਰਾਜ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ, ਵਾਹ, ਸੱਚਮੁੱਚ ਇਸ ਗੱਲ ਨੂੰ ਦੱਸਣਾ ਮੁਸ਼ਕਲ ਹੈ, ਪਰ ਤੁਸੀਂ ਜੋ ਵੀ ਦੱਸਿਆ ਹੈ ਉਹ ਬਿਲਕੁਲ ਦਰੁਸਤ ਹੈ, ਕਿਉਂਕਿ ਇਹ ਸਵਾਲ ਗੁਰਬਾਣੀ ਵਿੱਚ ਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਕੀਤਾ ਹੈ, ਸੁਨਹੁ ਰੇ ਤੂੰ ਕੌਣ ਕਹਾਂ ਤੇ ਆਇਓ, ਏਤੀ ਨਾ ਜਾਣੋ
केतिक मुद्दत चलते खबर ना पायो। संत ईशर सिंह जी बाबा वरियाम सिंह जी नूं मुखातब हो के कहन लगे कि हे मनुख, तू समझण दी कोशिश कर कि तू कौन है ते कित्थों आया है ते तेरा स्रोत की है। तैनूं पता नहीं है कि तैनूं चलदियां चलदियां किन्ना समां बीत गया है। तेरा सरीर जिस विच वाहिगुरू जी ने अपनी जोत रखी है ਉਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਤੂੰ ਆਪਣੇ ਆਪ ਨੂੰ ਭੁੱਲ ਬੈਠਾ ਹੈ ਤੇ ਤੇਰੇ ਅੰਦਰ ਜੋ ਅਹੰਗ ਭਾਵ ਸੀ ਉਸ ਨੂੰ ਸਰੀਰ ਦੀ ਵਿਆਧੀ ਲੱਗਣ ਕਰਕੇ ਹਉਮੈ ਵਿਆਪ ਗਈ ਹੈ। ਹੁਣ ਤੂੰ ਆਪਣੇ ਆਪ ਨੂੰ 3.5 ਹੱਥ ਦਾ ਸਰੀਰ ਸਮਝ ਬੈਠਾ ਹੈ ਕਿ ਮੈਂ ਸਰੀਰ ਹਾਂ, ਕਿਉਂਕਿ ਹਉਮੈ ਨੇ ਤੈਨੂੰ ਸਭ ਕੁਝ ਭੁਲਾ ਦਿੱਤਾ ਹੈ। ਬਾਰ-ਬਾਰ ਤੈਨੂੰ ਜੰਮਣਾ ਤੇ ਮਰਨਾ ਪੈ ਰਿਹਾ ਹੈ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਏਈ ਬੰਧਨਾ, ਫਿਰ ਜੋਨੀ ਪਾਹੇ। 84 ਲੱਖ ਜੂਨੀਆਂ ਦੇ ਸਫ਼ਰ ਵਿੱਚ ਪੈਣ ਕਰਕੇ ਤੈਨੂੰ ਭੁੱਲ ਗਿਆ ਹੈ ਕਿ ਕਿਤਨਾ ਸਮਾਂ ਬੀਤ ਗਿਆ। ਯੁਗਾਂ ਦੇ ਯੁੱਗ ਬੀਤ ਗਏ ਤੇ ਹਾਲੇ ਵੀ ਸਮਝ ਨਹੀਂ ਆਈ ਤੇ ਨਾ ਹੀ ਸਮਝਣ ਦੀ ਤੂੰ ਕੋਸ਼ਿਸ਼ ਕਰਦਾ ਹੈ। ਇਹ ਸੋਝੀ ਕੇਵਲ ਮਨੁੱਖਾ ਸਰੀਰ ਵਿੱਚ ਹੀ ਆ ਸਕਦੀ ਹੈ। ਇਸੇ ਕਰਕੇ ਇਸ ਨੂੰ ਨਰ ਨਾਰਾਇਣੀ ਦੇਹੀ ਕਿਹਾ ਗਿਆ ਹੈ, ਜਿਸ ਰਾਹੀਂ ਇਹ ਵਾਹਿਗੁਰੂ ਵਿੱਚ ਭੇਦ ਹੋ ਸਕਦਾ ਹੈ। ਸਵਰਗਾਂ ਦੇ ਵੱਡੇ ਵੱਡੇ ਦੇਵਤਿਆਂ ਨੂੰ ਵੀ ਇਹ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਤੇ ਉਹ ਇਸ ਸਰੀਰ ਦੀ ਸਵਰਗਾਂ ਵਿੱਚ ਬੈਠੇ ਲੋਚਾ ਕਰਦੇ ਹਨ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਬਾਕੀ ਪਸ਼ੂ ਪੰਛੀਆਂ, ਪਾਣੀ ਵਿੱਚ ਰਹਿਣ ਵਾਲੇ ਅਤੇ ਪੇਟ ਦੇ ਭਾਰ ਚੱਲਣ ਵਾਲੇ ਜੀਵਾਂ ਨੂੰ ਤਾਂ ਇਸ ਬਾਰੇ ਕੋਈ ਗਿਆਨ ਹੀ ਨਹੀਂ ਹੁੰਦਾ ਤੇ ਨਾ ਹੀ ਉਹਨਾਂ ਨੂੰ ਇਹ ਸੋਝੀ ਪ੍ਰਾਪਤ ਹੋ ਸਕਦੀ ਹੈ। ਪਰ ਅਫਸੋਸ ਹੈ ਕਿ ਮਨੁੱਖਾ ਸਰੀਰ ਧਾਰਨ ਕਰਕੇ ਵੀ ਸੰਸਾਰ ਦੇ ਲੋਕ ਇਸ ਤੋਂ ਅਣਜਾਣ ਹਨ ਤੇ ਇਸ ਨਰ ਨਾਰਾਇਣੀ ਦੇਹੀ ਦੀ ਕਦਰ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹ 84 ਲੱਖ ਜੂਨਾਂ ਵਿੱਚ ਸਭ ਤੋਂ ਉੱਤਮ ਫਲ ਹੈ। ਇਹੋ ਜਿਹੇ ਬੇਪਰਵਾਹ ਤੇ ਅਣਜਾਣ ਬੰਦਿਆਂ ਬਾਰੇ ਗੁਰੂ ਮਹਾਰਾਜ ਜੀ ਦਾ ਫੁਰਮਾਨ ਹੈ, ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ, ਨਾਨਕ ਗੁਰਮੁਖ ਸੋ ਬੁੱਝੈ ਜਾ ਕੇ ਭਾਗ ਮਥੋਰ। ਆਉਣ ਨੂੰ ਤਾਂ ਸੰਸਾਰ ਵਿੱਚ ਆ ਗਏ, ਪਰ ਇੱਥੇ ਆ ਕੇ ਪਤਾ ਹੀ ਨਹੀਂ ਲੱਗ ਸਕਿਆ ਕਿ ਮਨੁੱਖਾ ਸਰੀਰ ਕਿਸ ਵਾਸਤੇ ਮਿਲਿਆ ਹੈ। ਗੁਰੂ ਮਹਾਰਾਜ ਜੀ ਦਾ ਫੁਰਮਾਨ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਸਰੀਰ ਵਾਹਿਗੁਰੂ ਵਿੱਚ ਅਭੇਦਤਾ ਪ੍ਰਾਪਤ ਕਰਨ ਵਾਸਤੇ ਮਿਲਿਆ ਹੈ, ਪਰ ਇਹ ਸਭ ਕੁਝ ਸੁਣ ਕੇ ਵੀ ਅਣਸੁਣਿਆ ਕਰ ਦਿੰਦੇ ਹਨ, ਬੇਪਰਵਾਹੀ ਵਰਤਦੇ ਹਨ ਤੇ ਨਾ ਹੀ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਸੰਸਾਰ ਵਿੱਚ ਆ ਕੇ ਖਾਓ ਪੀਓ ਅਤੇ ਐਸ਼ ਕਰੋ ਨੂੰ ਹੀ ਆਪਣੇ ਜੀਵਨ ਦਾ ਮੰਤਵ ਸਮਝਦੇ ਹਨ। ਭੋਗਾਂ ਅਤੇ ਐਸ਼ੋ ਇਸ਼ਰਤ ਦਾ ਜੀਵਨ ਬਿਤਾਉਣ ਨੂੰ ਹੀ ਅਸਲ ਮਕਸਦ ਬਣਾ ਲੈਂਦੇ ਹਨ। ਗੱਲਾਂ ਬਾਤਾਂ ਵਿੱਚ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦੇ। ਗੁਰਮਤਿ ਦੇ ਸੁਨਹਿਰੀ ਅਸੂਲਾਂ ਨੂੰ, ਗੁਰਬਾਣੀ ਦੇ ਹੁਕਮ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੁੰਦੇ। ਇਹੋ ਜਿਹੇ ਮਨੁੱਖ ਨੀਵੇਂ ਦਰਜੇ ਦੇ ਪਸ਼ੂਆਂ ਦੀ ਨਿਆਈ ਹੋਇਆ ਕਰਦੇ ਹਨ, ਜੋ ਜੰਮਦੇ ਰਹਿੰਦੇ ਹਨ ਤੇ ਮਰਦੇ ਰਹਿੰਦੇ ਹਨ। ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਦੂਜੀ ਤਰ੍ਹਾਂ ਦੇ ਮਨੁੱਖ ਐਸੇ ਹੁੰਦੇ ਹਨ ਕਿ ਇੱਥੇ ਆ ਕੇ ਮੇਰੀ ਮੇਰੀ ਹੀ ਕਰਦੇ ਰਹਿੰਦੇ ਹਨ। ਮੇਰਾ ਘਰ, ਮੇਰਾ ਪਰਿਵਾਰ, ਮੇਰੀ ਜ਼ਮੀਨ, ਮੇਰੀ ਜਾਇਦਾਦ, ਇਸ ਵਿੱਚ ਹੀ ਗਲਤਾਨ ਰਹਿੰਦੇ ਹਨ। ਇਸ ਤੋਂ ਉੱਪਰ ਸੁਰਤ ਚੁੱਕਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਕਦੇ ਅਸੀਂ ਸੰਸਾਰ ਤੋਂ ਵੀ ਜਾਣਾ ਹੈ, ਅੱਗੇ ਜਾ ਕੇ ਕੀ ਵਰਤਾਰਾ ਹੋਏਗਾ, ਇਸ ਗੱਲ ਤੋਂ ਬਿਲਕੁਲ ਬੇਖਬਰ ਤੇ ਬੇਪਰਵਾਹ ਹੁੰਦੇ ਹਨ। ਗੁਰਬਾਣੀ ਦਾ ਫੁਰਮਾਨ ਹੈ, 12 ਬਰਸ ਬਾਲਪਨ ਬੀਤੇ
20 बरस कछ तप न कियो, 30 बरस कछ देव न पूजा, फिर पछताना बिरध भयो, मेरी मेरी करते जन्म गयो। ਅਜਿਹੀ ਪ੍ਰਵਿਰਤੀ ਵਾਲੇ ਜੀਵਾਂ ਦਾ ਸਾਰਾ ਜੀਵਨ ਮੋਹ ਮਾਇਆ ਵਿੱਚ ਗ੍ਰਸਤ ਹੋਣ ਕਰਕੇ ਇਹ ਜਦੋਂ ਸੰਸਾਰ ਤੋਂ ਜਾਂਦੇ ਹਨ, ਜੇਕਰ ਸੁਰਤ ਬੱਚਿਆਂ ਵਿੱਚ ਚਲੀ ਗਈ ਤਾਂ ਸੂਰ ਦੀ ਜੂਨੀ, ਜੇ ਰੁਪਏ ਟਕੇ ਵਿੱਚ ਚਲੀ ਜਾਵੇ ਤਾਂ ਸੱਪ ਦੀ ਜੂਨੀ, ਕਾਮ ਆਦਿ ਭੋਗਾਂ ਵਿੱਚ ਹੋਵੇ ਤਾਂ ਵੇਸਵਾ ਦੀ ਜੂਨੀ, ਜਾਇਦਾਦ ਵਿੱਚ ਬਿਰਤੀ ਚਲੀ ਜਾਵੇ ਤਾਂ ਪ੍ਰੇਤ ਦੀ ਜੂਨੀ ਮਿਲਦੀ ਹੈ। ਜਿਸ ਦੀ ਬਿਰਤੀ ਅੰਤ ਸਮੇਂ ਗੁਰੂ ਦੇ ਚਰਨਾਂ ਵਿੱਚ ਹੋਵੇ, ਪ੍ਰਭੂ ਦੇ ਧਿਆਨ ਵਿੱਚ ਹੋਵੇ, ਉਹ ਸੱਚਖੰਡ ਦਾ ਵਾਸੀ ਬਣ ਜਾਂਦਾ ਹੈ ਤੇ ਉਸ ਦੇ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਹੈ। ਪਰ ਕੁਦਰਤੀ ਹੈ ਕਿ ਅੰਤ ਸਮੇਂ ਤਾਂ ਉਹੀ ਧਿਆਨ ਆਵੇਗਾ ਜੋ ਕੰਮ ਮਨੁੱਖ ਸਾਰੀ ਉਮਰ ਕਰਦਾ ਰਿਹਾ ਹੋਵੇ। ਇਸ ਵਾਸਤੇ ਵੀ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਔਤਰੈ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬੇਸਵਾ ਜੋਨ ਵਲ ਵਲ ਔਤਰੈ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵਲ ਵਲ ਔਤਰੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਔਤਰੈ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਵਸੈ। ਇਹ ਸਾਰੇ ਬਚਨ ਰਾੜਾ ਸਾਹਿਬ ਵਾਲੇ ਮਹਾਰਾਜ ਜੀ ਉੱਥੇ ਬੈਠੀ ਸੰਗਤ ਦੇ ਨਾਲ ਕਰ ਰਹੇ ਸਨ ਤੇ ਉਹਨਾਂ ਨੇ ਸੰਗਤਾਂ ਨੂੰ ਕਿਹਾ, ਤੁਸੀਂ ਇਹਨਾਂ ਦੀ ਚੁੱਪ ਦੇਖ ਕੇ ਹੱਸ ਰਹੇ ਸੀ, ਇਹਨਾਂ ਬਾਰੇ ਤੁਸੀਂ ਕੀ ਜਾਣ ਸਕਦੇ ਹੋ? ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਕਿ ਅੱਜ ਸੁਹਾਗਣ ਨੂੰ ਸੁਹਾਗਣ ਦਾ ਮੇਲ ਹੋਇਆ ਹੈ। ਹੁਣ ਤੱਕ ਤਾਂ ਰੰਡੀਆਂ ਨਾਲ ਹੀ ਵਾਹ ਪਿਆ ਹੈ, ਸੁਹਾਗਣ ਪੂਰੇ ਨੂੰ ਕਿਹਾ ਜਾਂਦਾ ਹੈ। ਇਹਨਾਂ ਬਚਨਾਂ ਤੋਂ ਜ਼ਾਹਿਰ ਹੈ ਕਿ ਬਾਬਾ ਵਰਿਆਮ ਸਿੰਘ ਜੀ 16.5 ਸਾਲ ਦੀ ਉਮਰ ਵਿੱਚ ਵੀ ਪੂਰੇ ਸਨ। ਸੰਤ ਈਸ਼ਰ ਸਿੰਘ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਇਹ ਬਚਨ ਸੁਣ ਕੇ ਸਾਰਿਆਂ ਨੇ ਨੀਵੀਆਂ ਪਾ ਲਈਆਂ ਤੇ ਅੰਦਰੋਂ ਅੰਦਰੀ ਉਹ ਆਪਣੀ ਗਲਤੀ ਦਾ ਅਹਿਸਾਸ ਕਰਨ ਲੱਗੇ ਕਿ ਬਿਨਾਂ ਵਜ੍ਹਾ ਕਿਸੇ 'ਤੇ ਹੱਸਣਾ ਨਹੀਂ ਚਾਹੀਦਾ। ਸਨਾਟਾ ਜਿਹਾ ਛਾ ਗਿਆ ਤੇ ਸੰਤ ਮਹਾਰਾਜ ਜੀ ਨੇ ਨੇਤਰ ਬੰਦ ਕਰ ਲਏ। ਬਾਬਾ ਵਰਿਆਮ ਸਿੰਘ ਜੀ ਦੋਵੇਂ ਹੱਥ ਜੋੜ ਕੇ ਅੱਗੇ ਖੜ੍ਹੇ ਸਨ ਅਤੇ ਮਾਤਾ ਜੀ ਵੀ ਸੰਗਤ ਵਿੱਚ ਬੈਠੇ ਇਹ ਸਭ ਕੁਝ ਸੁਣ ਦੇਖ ਰਹੇ ਸਨ ਅਤੇ ਮਨ ਹੀ ਮਨ ਵਿੱਚ ਉਹ ਗਦਗਦ ਹੋ ਰਹੇ ਸਨ। ਸੰਤ ਈਸ਼ਰ ਸਿੰਘ ਜੀ ਮਹਾਰਾਜ ਨੇ 40 ਮਿੰਟ ਨੇਤਰ ਬੰਦ ਰੱਖੇ ਅਤੇ ਬਾਬਾ ਵਰਿਆਮ ਸਿੰਘ ਜੀ ਦਾ ਸਾਰਾ ਭਵਿੱਖ ਵਾਚ ਲਿਆ ਅਤੇ ਦਿਆਲਤਾ ਵਿੱਚ ਆ ਕੇ ਬਚਨ ਕੀਤਾ ਕਿ ਤੁਹਾਡੀ ਭਗਤੀ ਤਾਂ ਪੂਰੀ ਹੈ, ਪਰੰਤੂ ਰੂਹਾਨੀਅਤ ਦਾ ਆਖਰੀ ਇੱਕ ਕਦਮ ਅਜੇ ਤੱਕ ਪੁੱਟਣਾ ਬਾਕੀ ਰਹਿੰਦਾ ਹੈ, ਉਹ ਵੀ ਇਸੇ ਜਨਮ ਵਿੱਚ ਪੁੱਟ ਲਵੋ। ਬਸ ਇਸ ਉਪਦੇਸ਼ ਦੀ ਹੀ ਕਸਰ ਬਾਕੀ ਰਹਿੰਦੀ ਸੀ ਜੋ ਸੰਤ ਈਸ਼ਰ ਸਿੰਘ ਜੀ ਮਹਾਰਾਜ ਨੇ ਪੂਰੀ ਕਰ ਦਿੱਤੀ, ਕਿਉਂਕਿ ਕਮਾਈ ਤਾਂ ਪਹਿਲਾਂ ਹੀ ਪੂਰੀ ਸੀ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਸੰਤ ਈਸ਼ਰ ਸਿੰਘ ਜੀ ਮਹਾਰਾਜ ਦੀ ਮਿਹਰ ਦੀ ਨਜ਼ਰ ਹੋ ਗਈ ਅਤੇ ਬਾਬਾ ਵਰਿਆਮ ਸਿੰਘ ਜੀ ਨੇ ਮਨ ਹੀ ਮਨ ਵਿੱਚ ਆਪਣਾ ਆਪਾ ਭਾਵ ਸਮਰਪਣ ਕਰ ਦਿੱਤਾ। ਲੰਮੇ ਸਮੇਂ ਤੋਂ ਆਪ ਦੀ ਤਲਾਸ਼ ਸੀ, ਉਹ ਤਲਾਸ਼ ਹੁਣ ਪੂਰੀ ਹੋ ਗਈ। ਦਿਲ ਦਾ ਸੌਦਾ ਹੋ ਗਿਆ, ਕਿਉਂਕਿ ਆਪ ਲੱਭ ਰਹੇ ਸੀ ਕਿ ਕੋਈ ਪੂਰਾ ਮਿਲੇ ਜਿਸ ਨਾਲ ਦਿਲ ਦਾ ਸੌਦਾ ਕਰ ਸਕੀਏ। ਅੱਜ ਇਸ ਪਿਆਰ ਨੇ ਨਦਰੀ ਨਜ਼ਰ ਨਿਹਾਲ ਕਰ ਦਿੱਤਾ ਤੇ ਅੰਦਰੋਂ ਇਹ ਧੁਨ ਸੁਣਾਈ ਦੇ ਰਹੀ ਸੀ, ਮਨ ਤਨ ਤੇਰਾ ਧਨ ਭੀ ਤੇਰਾ, ਤੂੰ ਠਾਕੁਰ
ਸੁਆਮੀ ਪ੍ਰਭ ਮੇਰਾ। ਸੰਤ ਈਸ਼ਰ ਸਿੰਘ ਜੀ ਮਹਾਰਾਜ ਦੇ ਇਹਨਾਂ ਰੂਹਾਨੀਅਤ ਦੇ ਬਚਨਾਂ ਨੇ ਬਾਬਾ ਵਰਿਆਮ ਸਿੰਘ ਜੀ ਦੇ ਅੰਦਰੋਂ ਹਿਰਦਾ ਵਿੰਨ ਕੇ ਰੱਖ ਦਿੱਤਾ। ਹਾਲਤ ਇਸ ਤਰ੍ਹਾਂ ਦੀ ਹੋ ਗਈ ਕਿ ਹੁਣ ਇੱਕ ਸਵਾਸ ਵੀ ਨਾਮ ਸਿਮਰਨ ਤੋਂ ਬਿਨਾਂ ਅਜਾਈਂ ਨਾ ਜਾਣ ਦਿੱਤਾ ਜਾਵੇ। ਇਹ ਅਵਸਥਾ ਆ ਗਈ ਸੀ ਕਿ ਹੁਣ ਨਾਮ ਜਪਣ ਤੋਂ ਬਿਨਾਂ ਹੋਰ ਕੋਈ ਵੀ ਚੀਜ਼ ਆਪ ਨੂੰ ਚੰਗੀ ਨਾ ਲੱਗਦੀ ਤੇ ਆਪ ਦੀ ਵੈਰਾਗਮਈ ਦਸ਼ਾ ਐਸੀ ਬਣ ਗਈ ਸੀ ਕਿ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਂਝੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਸ਼ੇਕ। ਸੋ ਗੁਰੂ ਰੂਪੀ ਸਾਧ ਸੰਗਤ ਜੀਓ, ਇਹ ਜੋ ਪ੍ਰਸੰਗ ਅਸੀਂ ਅੱਜ ਸਰਵਣ ਕੀਤਾ ਹੈ, ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਨਮ ਜਨਮ ਕੀ ਸੋਈ ਜਾਗੀ ਦਾ ਅਸਲ ਸਰੂਪ ਕੀ ਹੈ ਕਿ ਜਦੋਂ ਸਾਨੂੰ ਕਿਸੇ ਪੂਰਨ ਸੰਤ ਦੇ ਦਰਸ਼ਨ ਹੁੰਦੇ ਹਨ ਤਾਂ ਸਾਡਾ ਇਹ ਜਨਮ ਮਰਨ ਕੱਟਿਆ ਜਾਂਦਾ ਹੈ। ਸਾਨੂੰ ਸਾਡੇ ਅਸਲੇ ਦੀ ਪੂਰਨ ਤੌਰ 'ਤੇ ਸੋਝੀ ਹੋ ਜਾਂਦੀ ਹੈ। ਬਾਬਾ ਵਰਿਆਮ ਸਿੰਘ ਜੀ ਦੇ ਮਨ ਦੀ ਤੜਪ ਉਦੋਂ ਪੂਰੀ ਹੁੰਦੀ ਹੈ ਜਦੋਂ ਉਹਨਾਂ ਨੂੰ ਪੂਰਨ ਸੰਤ ਦਾ ਬਾਬਾ ਈਸ਼ਰ ਸਿੰਘ ਜੀ ਦਾ ਮਿਲਾਪ ਹੋ ਜਾਂਦਾ ਹੈ। ਉਹਨਾਂ ਦੀ ਵੀ ਅਵਸਥਾ ਉਸੇ ਤਰ੍ਹਾਂ ਹੀ ਬਣ ਜਾਂਦੀ ਹੈ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਦੱਸਿਆ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸਿਸੇਈ ਨਾਨਕਾ ਪੂਰਨ ਸੋਈ ਸੰਤ। ਗੁਰਮੁਖ ਪਿਆਰੇ ਆਪਣੀ ਕਮਾਈ ਦੇ ਨਾਲ, ਆਪਣੀ ਅਸੀਸ ਦੇ ਨਾਲ ਹੋਰਨਾਂ ਨੂੰ ਵੀ ਪੂਰਨ ਗੁਰਮੁਖ ਬਣਾ ਦਿੰਦਾ ਹੈ। ਇਹ ਫਲ ਹੁੰਦਾ ਹੈ ਪੂਰਨ ਗੁਰਮੁਖ ਪਿਆਰਿਆਂ ਦੀ ਸੰਗਤ ਦਾ। ਇਹ ਪ੍ਰਤਾਪ ਹੁੰਦਾ ਹੈ ਉਹਨਾਂ ਦੇ ਭਜਨ ਦਾ, ਉਹਨਾਂ ਦੇ ਨਾਮ ਸਿਮਰਨ ਜਪ ਤਪ ਦਾ। ਸਾਡੀ ਵੀ ਜਨਮ ਜਨਮ ਕੀ ਸੋਈ ਜਾਗੀ ਵਾਲੀ ਅਵਸਥਾ ਬਣ ਸਕੇ, ਸਾਡੇ ਅੰਦਰ ਵੀ ਉਹ ਤੜਪ ਪੈਦਾ ਹੋ ਸਕੇ ਜੋ ਕਿ ਬਾਬਾ ਵਰਿਆਮ ਸਿੰਘ ਜੀ ਦੇ ਮਨ ਵਿੱਚ ਬਚਪਨ ਤੋਂ ਸੀ। ਅਤੇ ਇਹ ਪੱਕੀ ਗੱਲ ਹੈ ਕਿ ਜਦੋਂ ਅਜਿਹੀ ਤੜਪ ਹੋਵੇਗੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਜ਼ਰੂਰ ਰਹਿਮਤ ਕਰਨਗੇ, ਸਾਡੇ 'ਤੇ ਕਿਰਪਾ ਕਰਨਗੇ, ਸਾਨੂੰ ਵੀ ਆਪਣੀ ਝੋਲੀ ਵਿੱਚ ਉਹ ਜਗ੍ਹਾ ਦੇਣਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਸਾਧ ਸੰਗਤ ਜੀਓ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।